ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ਲੋਕ ਹੈ ਸੁਖਮਨੀ ਸਾਹਿਬ ਦੇ ਅੰਦਰ ਦਰਜ। ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ, ਆਪਨ ਕੀਆ ਨਾਨਕਾ ਆਪੇ ਹੀ ਫਿਰ ਜਾਪ। ਗੁਰੂ ਪਿਆਰੀ ਸਾਧ ਸੰਗਤ, ਇਸ ਸ਼ਲੋਕ ਦੇ ਅੰਦਰ ਸਰਗੁਣ ਅਤੇ ਨਿਰਗੁਣ ਦਾ ਵਰਣਨ ਹੈ। ਸਰਗੁਣ ਆਖਦੇ ਹਨ ਜਿਹੜਾ ਗੁਣਾਂ ਦੇ ਸਹਿਤ ਹੋਵੇ, ਜਿਸ ਤਰ੍ਹਾਂ 3 ਗੁਣ ਹਨ, ਸਤੋਗੁਣ, ਰਜੋਗੁਣ ਅਤੇ ਤਮੋਗੁਣ। ਇਹਨਾਂ ਤਿੰਨਾਂ ਦੇ ਅੰਦਰ ਹੀ ਜਗਤ ਵਿਆਪਤ ਹੈ। ਇਸ ਜਗਤ ਦੇ ਵਿੱਚ ਉਹ ਆਪ ਸਮਾਇਆ ਹੋਇਆ ਹੈ। ਜੋ ਸਰਗੁਣ ਹੈ, ਗੁਣਾਂ ਦੀ ਸਹਿਤ ਹੈ। ਅਸਲ ਤੱਥ ਇਹ ਹੈ ਕਿ ਜੋ ਸਤਵਗੁਣ ਪ੍ਰਧਾਨ ਹਨ ਉਹ ਦੇਵਤੇ ਹਨ। ਜਿਸ ਵਿੱਚ ਸਤਵਗੁਣ ਦੀ ਬਹੁਲਤਾ ਹੋਵੇ, ਜੇਕਰ ਕੋਈ ਮਨੁੱਖ ਹੋਵੇ, ਉਹ ਵੀ ਦੇਵਤਿਆਂ ਵਰਗਾ ਹੁੰਦਾ ਹੈ। ਉਸ ਦਾ ਸੁਭਾਅ ਦੇਵਤਿਆਂ ਵਰਗਾ ਹੁੰਦਾ ਹੈ। ਜਿਤਨੇ ਵੀ ਸੰਸਾਰ ਦੇ ਵਿੱਚ ਪ੍ਰਾਣੀ ਹਨ, ਸਾਰੇ ਹੀ ਇਹ ਤਿੰਨਾਂ ਗੁਣਾਂ ਦੇ ਅੰਦਰ ਅੰਦਰ ਵਿਆਪਤ ਹਨ। 3 ਗੁਣਾਂ ਦੇ ਵਿੱਚ ਸਾਰੇ ਵਰਤ ਰਹੇ ਹਨ। ਜਿਹੜਾ ਤ੍ਰੈਗੁਣ ਅਤੀਤ ਹੈ ਉਹ ਨਿਰਗੁਣ ਹੈ। ਸਰਗੁਣ ਜੋ ਤਿੰਨਾਂ ਗੁਣਾਂ ਦੇ ਸਹਿਤ ਹੈ, ਔਰ ਜੋ ਨਿਰਗੁਣ ਹੈ ਉਹ ਤਿੰਨਾਂ ਗੁਣਾਂ ਤੋਂ ਬਾਹਰਾ ਹੈ। ਬਾਣੀ ਆਖਦੀ ਹੈ, ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ। ਉਹ ਸੁਨ ਸਮਾਧੀ ਦੇ ਵਿੱਚ ਟਿਕਿਆ ਹੋਇਆ ਹੈ। ਸੁਨ ਸਮਾਧੀ ਕੀ ਹੈ? ਸ਼ੂਨਿਆ ਹੈ। ਜਿਸ ਤਰ੍ਹਾਂ 1 ਤੋਂ ਗਿਣਤੀ ਸ਼ੁਰੂ ਹੁੰਦੀ ਹੈ, 100 ਤੱਕ ਜਾਂਦੀ ਹੈ। ਇਹ ਗਿਣਤੀ ਦੇ ਵਿੱਚ 1 ਤੋਂ ਲੱਗ ਕੇ 100 ਤੱਕ ਗਿਣਤੀ ਦੇ ਵਿੱਚ ਆਉਂਦਾ ਹੈ। ਜੋ 0 ਹੈ, ਇਹ ਗਿਣਤੀ ਦੇ ਵਿੱਚ ਨਹੀਂ ਆਉਂਦਾ। 1 ਤੋਂ ਪਹਿਲਾਂ 0 ਲੱਗ ਜਾਵੇ ਤਾਂ ਉਸ ਦਾ ਕੋਈ ਮਤਲਬ ਨਹੀਂ ਹੁੰਦਾ। ਉਹ ਸੁੰਨ ਹੈ, ਉਹ ਕਾਸ਼ਟ ਰੂਪ ਹੈ। ਉਹ ਆਪਣੇ ਆਪ ਦੇ ਵਿੱਚ ਵਲੀਨ ਹੈ, ਜਿਸ ਨੂੰ ਨਾ ਕੋਈ ਕੱਟ ਸਕਦਾ ਹੈ, ਨਾ ਕੋਈ ਵੱਢ ਸਕਦਾ ਹੈ, ਨਾ ਕੋਈ ਛੇਦ ਸਕਦਾ ਹੈ, ਨਾ ਕੋਈ ਸੁਖਾ ਸਕਦਾ ਹੈ, ਨਾ ਕੋਈ ਜਲਾ ਸਕਦਾ ਹੈ। ਐਸਾ ਜੋ ਸੁੰਨ ਸਮਾਧੀ ਹੈ ਉਹ ਪਰਮਾਤਮਾ ਹੈ। ਸਰਗੁਣ ਨਿਰਗੁਣ ਨਿਰੰਕਾਰ, ਉਹ ਨਿਰੰਕਾਰ ਪਰਮਾਤਮਾ ਜਿਸ ਦਾ ਕੋਈ ਅੰਗ ਅਤੇ ਆਕਾਰ ਨਹੀਂ ਹੈ, ਉਹ ਨਿਰੰਕਾਰ ਹੈ। ਐਸਾ ਜੋ ਨਿਰਗੁਣ ਰੂਪ ਪਰਮਾਤਮਾ, ਜੇਕਰ ਉਸ ਦਾ ਆਰਾਧਨ ਕਰਨਾ ਚਾਹੀਏ ਤਾਂ ਪਹਿਲਾਂ ਸਰਗੁਣ ਦਾ ਕਰਨਾ ਪਵੇਗਾ। ਜਿਸ ਤਰ੍ਹਾਂ ਕੋਈ ਨਿਸ਼ਾਨ ਚੀ ਬਣਦਾ ਹੈ ਅਤੇ ਪਹਿਲਾਂ ਟਾਰਗੇਟ ਦੇ ਉੱਤੇ ਨਿਸ਼ਾਨਾ ਲਾਉਣਾ ਪੈਂਦਾ ਹੈ। ਮੂਰਤੀ ਦਾ ਧਿਆਨ ਕਰਨਾ ਪੈਂਦਾ ਹੈ। ਕਿਸੇ ਚੀਜ਼ ਨੂੰ, ਸਬਜੈਕਟ ਨੂੰ ਮੂਹਰੇ ਰੱਖ ਕੇ ਕੁਛ ਕਰਨਾ ਪੈਂਦਾ ਹੈ। ਜਦੋਂ ਉਹ ਪਰਿਪੱਕ ਹੋ ਜਾਵੇ ਅਤੇ ਉਸ ਤੋਂ ਬਾਅਦ ਫਿਰ ਜੋ ਅਫੁਰ ਰੂਪ ਪਰਮਾਤਮਾ ਹੈ, ਨਿਰਗੁਣ ਰੂਪ ਪਰਮਾਤਮਾ ਹੈ, ਉਸ ਦਾ ਅਸੀਂ ਅਨੁਭਵ ਕਰ ਸਕਦੇ ਹਾਂ। ਉਹ ਅਨੁਭਵ ਰੂਪ ਹੈ। ਉਹ ਧਿਆਨ ਦਾ ਵਿਸ਼ਾ ਨਹੀਂ ਹੈ। ਧਿਆਨ ਦਾ ਵਿਸ਼ਾ ਸਿਰਫ ਸਰਗੁਣ ਰੂਪ ਹੈ। ਜੋ ਨਿਰਗੁਣ ਹੈ ਉਹ ਅਨੁਭਵ ਰੂਪ ਹੈ। ਤਾਂ ਪਿਆਰੀ ਸਾਧ ਸੰਗਤ, ਬਾਣੀ ਆਖਦੀ ਹੈ, ਸਰਗੁਣ ਨਿਰਗੁਣ ਨਿਰੰਕਾਰ ਸੁੰਨ ਸਮਾਧੀ ਆਪ। ਉਹ ਸ਼ੂਨਿਆ ਰੂਪ ਹੈ, ਸੁੰਨ ਦੇ ਵਿੱਚ ਸਮਾਇਆ ਹੋਇਆ ਹੈ। ਜਿੱਥੇ ਅਫੁਰ ਅਵਸਥਾ ਹੈ, ਸੁੰਨ ਅਵਸਥਾ ਨੂੰ ਕਹਿੰਦੇ ਹਨ ਅਫੁਰ ਅਵਸਥਾ। ਜਿੱਥੇ ਮਨ ਫੁਰਦਾ ਨਹੀਂ ਹੈ, ਮਨ ਦਾ ਆਪਣਾ ਸਰੂਪ ਖਤਮ ਹੋ ਜਾਂਦਾ ਹੈ, ਮਨ ਦਾ ਆਪਣਾ ਭਾਵ ਖਤਮ ਹੋ ਜਾਂਦਾ ਹੈ,
ਉਹ ਨਿਰਗੁਣ ਰੂਪ ਪਰਮਾਤਮਾ ਘਟ ਘਟ ਵਾਸੀ ਹੈ, ਸਰਬ ਨਿਵਾਸੀ ਹੈ। ਆਪਨ ਕੀਆ ਨਾਨਕਾ ਆਪੇ ਹੀ ਫਿਰ ਜਾਪ। ਆਪਣੇ ਆਪ ਦੇ ਵਿੱਚ ਉਹ ਆਪ ਵਿਆਪਕ ਹੈ। ਆਪ ਹੀ ਉਸਨੇ ਸਾਰੇ ਖੰਡ ਬ੍ਰਹਿਮੰਡਾਂ ਦੀ ਰਚਨਾ ਕੀਤੀ ਹੈ। ਉਸ ਦਾ ਇਹ ਖੇਡ ਹੈ। ਬਾਜੀਗਰ ਟੰਕ ਬਜਾਈ, ਸਭ ਖਲਕ ਤਮਾਸ਼ੇ ਆਈ। ਬਾਜੀਗਰ ਸਵਾਂਗ ਸਕੇਲਾ, ਆਪਣੇ ਰੰਗ ਰਵੇ ਅਕੇਲਾ। ਉਹ ਪਹਿਲਾਂ ਵੀ ਇੱਕ ਸੀ ਤੇ ਬਾਅਦ ਦੇ ਵਿੱਚ ਵੀ ਇੱਕ ਹੈ। ਜਿਹੜਾ ਦਵੈਤ ਭਾਵ ਹੈ ਇਹ ਸੰਸਾਰ ਹੈ, ਜੋ ਇੱਕ ਭਾਵ ਹੈ ਉਹ ਪਰਮਾਤਮਾ ਹੈ। ਅਦਵੈਤ ਰੂਪ ਪਰਮਾਤਮਾ ਹੈ, ਦਵੈਤ ਰੂਪ ਸੰਸਾਰ ਹੈ। ਦੋ ਹੀ ਭਾਵ ਨੂੰ ਛੱਡਣਾ ਪਵੇਗਾ, ਇੱਕ ਦੇ ਵਿੱਚ ਟਿਕਣਾ ਪਵੇਗਾ। ਆਪਨ ਕੀਆ ਨਾਨਕਾ, ਉਸਨੇ ਹੀ ਸਭ ਕੁਝ ਕੀਤਾ ਹੈ। ਆਪੇ ਹੀ ਫਿਰ ਜਾਪ, ਆਪਣੇ ਨਾਮ ਨੂੰ ਆਪ ਹੀ ਜਪਾਉਣੇ ਵਾਲਾ ਹੈ ਤੇ ਆਪ ਹੀ ਜਪਣੇ ਵਾਲਾ ਹੈ। ਦੋਨਾਂ ਪਾਸੇ ਉਸ ਦੀ ਸੱਤਿਆ ਆਪ ਹੀ ਵਰਤ ਰਹੀ ਹੈ। ਜੀਵਾਤਮਾ ਵੀ ਆਪ ਹੈ ਤੇ ਪਰਮਾਤਮਾ ਵੀ ਆਪ ਹੈ। ਇਸਤਰੀ ਵੀ ਆਪ ਹੈ, ਪੁਰਸ਼ ਵੀ ਆਪ ਹੈ। ਆਪੇ ਗੁਰੂ ਹੈ, ਆਪੇ ਚੇਲਾ ਹੈ। ਆਪ ਹੀ ਧਰਤੀ ਹੈ, ਆਪ ਹੀ ਆਕਾਸ਼ ਹੈ। ਆਪ ਹੀ ਸੂਰਜ ਹੈ, ਆਪ ਹੀ ਚੰਦ ਹੈ। ਉਸ ਨੂੰ ਅਸੀਂ ਕਲਪਨਾ ਦੇ ਵਿੱਚ ਕਿਸ ਤਰ੍ਹਾਂ ਲਿਆ ਸਕਦੇ ਹਾਂ? ਉਹ ਅਕਲਪਤ ਰੂਪ ਹੈ। ਕਲਪਨਾ ਸਾਡੇ ਮਨ ਦੀ ਹੈ। ਅਸੀਂ ਕਿਸੇ ਚੀਜ਼ ਨੂੰ ਕਲਪ ਸਕਦੇ ਹਾਂ, ਪਰ ਜੋ ਅਕਲਪ ਰੂਪ ਹੈ ਉਹ ਪਰਮਾਤਮਾ ਹੈ। ਉਸ ਦੇ ਵਿੱਚ ਕਲਪਨਾ ਸ਼ਕਤੀ ਨਹੀਂ ਹੈ। ਅਕਲਪ ਹੋਣ ਲਈ ਆਪ ਵੀ ਅਕਲਪ ਹੋਣਾ ਪਵੇਗਾ। ਜੋ ਕਲਪਨਾ ਹੈ ਇਹ ਜੀਵ ਦੀ ਹੈ, ਜੋ ਅਕਲਪਨਾ ਹੈ ਉਹ ਪਰਮਾਤਮਾ ਦੀ ਹੈ। ਉਸ ਦੇ ਵਿੱਚ ਕੁਛ ਵੀ ਦ੍ਰਿਸ਼ਟਮਾਨ ਨਹੀਂ ਆਉਂਦਾ। ਉਹ ਅਨੁਭਵ ਰੂਪ ਹੈ। ਸ਼ਾਸਤਰ ਦਾ ਬਚਨ ਹੈ, ਸਵੈ ਅਨੁਭਵ ਇੱਕ ਪ੍ਰਮਾਣਤੈ, ਨਵੋਂ ਕਾਵਿਆ ਇਤੀ ਹੋਏ। ਇੱਕ ਅਨੁਭਵ ਹੀ ਉਸ ਦਾ ਪ੍ਰਮਾਣ ਹੈ, ਦੂਸਰਾ ਕੋਈ ਪ੍ਰਮਾਣ ਨਹੀਂ ਹੈ। ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ। ਆਪਨ ਕੀਆ ਨਾਨਕਾ ਆਪੇ ਹੀ ਫਿਰ ਜਾਪ। ਆਪਣੇ ਆਪ ਨੂੰ ਆਪ ਹੀ ਧਿਆਉਣੇ ਵਾਲਾ ਹੈ, ਆਪ ਹੀ ਜਪਾਉਣੇ ਵਾਲਾ ਹੈ, ਆਪ ਹੀ ਜਪਣੇ ਵਾਲਾ ਹੈ। ਸਾਰੇ ਪਾਸੇ ਉਹ ਆਪ ਹੈ। ਐ ਜੀਵੋ, ਐ ਸੰਤ ਜਨੋ, ਐ ਭਗਤ ਜਨੋ, ਉਸ ਪਰਮੇਸ਼ਰ ਦਾ ਨਾਮ ਸਿਮਰ ਕੇ ਤੁਸੀਂ ਵੀ ਕਲਪਨਾ ਤੋਂ ਰਹਿਤ ਹੋ ਜਾਵੋ। ਉਸ ਪਰਮਾਤਮਾ ਦੇ ਵਿੱਚ ਬੇਲੀਨ ਹੋ ਜਾਵੋ। ਜਿਸ ਤਰ੍ਹਾਂ ਉਹ ਸੁੰਨ ਸਮਾਧੀ ਹੈ, ਆਓ ਆਪਾਂ ਵੀ ਉਸ ਤਰ੍ਹਾਂ ਸੁੰਨ ਸਮਾਧੀ ਹੋ ਜਾਈਏ। ਸਾਨੂੰ ਕਰਮਾਂ ਦਾ ਲੇਪ ਨਾ ਲੱਗੇ, ਸਾਨੂੰ ਜਨਮਾਂ ਦਾ ਲੇਪ ਨਾ ਲੱਗੇ। ਨਾ ਉਹ ਪੁਰਸ਼ ਹੈ, ਨਾ ਉਹ ਨਾਰੀ ਹੈ। ਉਹ ਪਰਮਾਤਮਾ ਸਾਰਿਆਂ ਦੇ ਵਿੱਚ ਸਮਾਇਆ ਹੋਇਆ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।